ਗੁੱਡ ਮਾਰਨਿੰਗ ਮਾਈ ਡੀਅਰ ਸਟੂਡੈਂਟਸ। ਜਿੱਦਾਂ ਕਿ ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਨਾਲ ਡਿਸਕਸ ਕਰ ਰਹੇ ਸੀ ਬੇਟਾ 9th ਦਾ 3rd ਚੈਪਟਰ ਦੈਟ ਇਜ਼ ਐਟਮਸ ਐਂਡ ਮੋਲੀਕਿਊਲਸ। ਕਾਫੀ ਕੁਝ ਆਪਾਂ ਇਸ ਚੈਪਟਰ ਦੇ ਵਿੱਚ ਡਿਸਕਸ ਕਰ ਲਿਆ ਸੀ। ਅਸੀਂ ਜਾਣ ਲਿਆ ਸੀ ਦੋ ਜਿਹੜੇ ਲॉज ਹੈ ਰਸਾਇਣਿਕ ਸੰਯੋਜਨ ਦੇ ਨਿਯਮ ਯਾਨੀ ਲॉज ਆਫ ਕੈਮੀਕਲ ਕੰਬੀਨੇਸ਼ਨ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਜਿਹੜਾ ਨਿਯਮ ਜਿਸ ਦੇ ਬਾਰੇ ਅਸੀਂ ਜਾਣਿਆ ਸੀ ਉਹ ਸੀ ਸਾਡਾ ਜੀ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਜਿਹਨੂੰ ਆਪਾਂ ਕੀ ਕਹਿੰਦੇ ਆ ਪੁੰਜ ਸੁਰੱਖਿਅਨ ਦਾ ਨਿਯਮ। ਉਸ ਤੋਂ ਬਾਅਦ ਅਸੀਂ ਜਾਣਿਆ ਸੀ ਲਾਅ ਆਫ ਕਾਂਸਟੈਂਟ ਪ੍ਰਪੋਰਸ਼ਨਸ, ਹੈ ਨਾ, ਇਹਦੇ ਬਾਰੇ ਅਸੀਂ ਗੱਲ ਕੀਤੀ ਸੀ। ਪਰ ਹੁਣ ਅਸੀਂ ਕਿਹਦੇ ਬਾਰੇ ਗੱਲ ਕਰਨਾ ਜਾ ਰਹੇ ਹਾਂ? ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਨੈਕਸਟ ਚੀਜ਼ ਬਾਰੇ ਜਿਹਨੂੰ ਅਸੀਂ ਕਹਿੰਦੇ ਹਾਂ ਐਟਮ। ਕੀ ਕਹਿੰਦੇ ਹਾਂ ਉਹਨੂੰ? ਐਟਮ। ਦੈਟ ਇਜ਼ ਵਟ ਇਜ਼ ਐਨ ਐਟਮ। ਠੀਕ ਹੈ, ਤੇ ਪਿਆਰੇ ਵਿਦਿਆਰਥੀਓ ਗੱਲ ਕਰਾਂਗੀ ਮੈਂ ਐਟਮ ਦੀ। ਇੱਥੇ ਉਹਨੇ ਕਿਹਾ ਹੈ ਕਿ ਤੁਸੀਂ ਇੱਕ ਛੋਟੀ ਜਿਹੀ ਬਿਲਡਿੰਗ ਦੇਖੀ ਹੈ। ਬਿਲਡਿੰਗ ਕਿੱਦਾਂ ਦੀ ਬੇਟਾ? ਬਿਲਡਿੰਗ ਤੁਸੀਂ ਜਿਹੜੀ ਦੇਖੀ ਹੈ ਉਹ ਤੁਸੀਂ ਦੇਖੀ ਹੈ ਕਿ ਛੋਟੀਆਂ ਛੋਟੀਆਂ ਇੱਟਾਂ ਤੋਂ ਬਣਦੀ ਹੈ ਨਾ, ਇੱਕ ਔਰ ਅਲਟੀਮੇਟਲੀ ਇੱਕ ਇਮਾਰਤ ਤਿਆਰ ਹੁੰਦੀ ਹੈ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਤੇ ਐਟਮਸ ਵੀ ਇਹੀ ਚੀਜ਼ ਹਨ। ਇੱਕ ਛੋਟੀਆਂ ਛੋਟੀਆਂ ਇੱਟਾਂ ਯਾਨੀ ਇੱਕ ਛੋਟੀ ਛੋਟੀ ਚੀਜ਼ ਜਿਹੜੇ ਪਰਮਾਣੂ ਹਨ ਉਹ ਵੀ ਇਹੀ ਹਨ। ਉਸ ਤੋਂ ਪੂਰਾ ਮੈਟਰ ਯਾਨੀ ਪੂਰਾ ਪਦਾਰਥ ਜਿਹੜਾ ਹੈ ਉਹ ਤਿਆਰ ਹੋ ਜਾਂਦਾ ਹੈ। ਠੀਕ ਹੈ ਬੇਟਾ, ਹਾਊ ਬਿਗ ਆਰ ਐਟਮਸ? ਪਰਮਾਣੂ ਕਿੰਨੇ ਵੱਡੇ ਨੇ? ਪਰ ਇਸ ਤੋਂ ਪਹਿਲੇ ਆਪਾਂ ਇਸ ਗੱਲ ਨੂੰ ਬਹੁਤ ਐਮਫਸਿਸ ਦੇਣਾ ਹੈ, ਦ ਬਿਲਡਿੰਗ ਬਲੌਕਸ ਆਫ ਆਲ ਮੈਟਰ ਆਰ ਐਟਮ। ਸਾਰੇ ਹੀ ਪਦਾਰਥਾਂ ਦੀ ਰਚਨਾਤਮਕ ਇਕਾਈ ਪਰਮਾਣੂ ਹੈ। ਮਤਲਬ ਕੋਈ ਵੀ ਪਦਾਰਥ ਇਸ ਦੁਨੀਆ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਉਹ ਕਿਸ ਤੋਂ ਬਣਿਆ ਹੈ? ਉਹ ਐਟਮਸ ਤੋਂ ਬਣਿਆ ਹੈ। ਇਟ ਇਜ਼ ਮੇਡ ਅਪ ਆਫ ਐਟਮ। every matter in this universe is made up of atom। ਠੀਕ ਹੈ ਬੇਟਾ, ਅੱਗੇ ਮੈਂ ਗੱਲ ਕਰਾਂਗੀ how big are atoms ਯਾਨੀ ਐਟਮ ਪਰਮਾਣੂ ਕਿੰਨੇ ਵੱਡੇ ਹੁੰਦੇ ਨੇ। ਬੇਟਾ ਪਰਮਾਣੂ ਬਹੁਤ ਹੀ ਛੋਟੇ ਨੇ। ਐਟਮਸ ਆਰ very small, they are smaller than anything that we can imagine or compare। ਮਤਲਬ ਤੁਸੀਂ ਤੁਲਨਾ ਵੀ ਨਹੀਂ ਕਰ ਸਕਦੇ ਕਿ ਉਹ ਕਿੰਨੇ ਛੋਟੇ ਨੇ। more than millions of atoms when stacked would make a layer barely as thick as this sheet of paper। ਯਾਨੀ ਕਿ ਮਿਲੀਅਨ ਐਟਮਸ ਜਿਹੜੇ ਪਰਮਾਣੂ ਹੈ ਉਹ ਮਿਲਦੇ ਨੇ ਤੇ ਉਹ ਕਾਗਜ਼ ਦੀ ਇੱਕ ਸ਼ੀਟ ਜਿੰਨੀ ਮੋਟੀ ਪਰਤ ਨਹੀਂ ਤਿਆਰ ਕਰ ਸਕਦੇ। ਬੇਟਾ ਜਿਹੜਾ ਐਟਮ ਹੈ ਉਹਦਾ ਅਟੋਮਿਕ ਰੇਡੀਅਸ ਆਪਾਂ ਮੈਜ਼ਰਡ ਕੀਤਾ ਨੈਨੋਮੀਟਰਸ 'ਚ, ਦੈਟ ਇਜ਼ 1/10 raised the power 9 ਮੀਟਰ equal to 1 ਨੈਨੋਮੀਟਰ, ਤੇ ਜਿਹੜਾ 1 ਮੀਟਰ ਹੁੰਦਾ ਦੈਟ ਇਜ਼ 10 ਦੀ ਰੇਜ਼ ਪਾਵਰ 9 ਨੈਨੋਮੀਟਰ। ਮਤਲਬ ਇੰਨਾ ਸਮੌਲ ਇੱਕ ਜਿਹੜਾ ਹੈ ਐਟਮ ਹੈ ਔਰ ਉਹਨੂੰ ਅਸੀਂ ਮੈਜ਼ਰ ਕਰਦੇ ਹਾਂ। ਠੀਕ ਹੈ ਨਾ, ਜਿਹੜਾ ਐਟਮ ਨੂੰ, ਤੇ ਉਹ ਅਸੀਂ ਗੱਲ ਕਰਾਂਗੇ ਹੁਣ ਅੱਗੇ। ਦੇਖੋ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਕਿ ਅਟੋਮਿਕ ਰੇਡੀਅਸ ਦੀ ਜਿਹੜੀ ਮਾਸ ਦੀ ਕਿ ਜਿਹੜਾ ਰਿਲੇਟਿਵ ਸਾਈਜ਼ ਹੈ ਉਹ ਕਿੰਨਾ ਹੈ, ਤੇ ਐਗਜ਼ਾਮਪਲ ਦਿੱਤੀ ਅੱਗੇ ਕਿ ਕਿਹਦਾ ਹੈ। ਤਾਂ ਬੇਟਾ ਆਪਾਂ ਇਹਦੇ 'ਚ ਪਹਿਲੇ ਗੱਲ ਕਰਾਂਗੇ ਕਿ ਸਭ ਤੋਂ ਪਹਿਲੇ ਮੈਂ ਗੱਲ ਕਰਨ ਜਾ ਰਹੀ ਹਾਂ ਐਟਮ ਆਫ ਹਾਈਡਰੋਜਨ ਦੀ। ਹਾਈਡਰੋਜਨ ਦਾ ਜਿਹੜਾ ਅਰਧ ਵਿਆਸ ਰੇਡੀਆਈ ਦਿੱਤਾ ਹੈ ਤੁਹਾਨੂੰ, ਇਹ 10 ਦੀ ਰੇਜ਼ ਪਾਵਰ ਜਿਹੜਾ ਹੈ -10। ਠੀਕ ਹੈ, ਦੈਟ ਇਜ਼ ਐਟਮ ਆਫ ਹਾਈਡਰੋਜਨ। ਤੇ ਜਲ ਅਣੂ ਦਾ ਦਿੱਤਾ ਹੈ ਜੀ 10 ਦੀ ਰੇਜ਼ ਪਾਵਰ -9। 10 ਦੀ ਰੇਜ਼ ਪਾਵਰ ਜਿਹੜਾ ਹੈ ਉਹ -9 ਹੈ। ਇਸੇ ਤਰ੍ਹਾਂ ਜਿਹੜਾ ਹੀਮੋਗਲੋਬਿਨ ਸਾਡੇ ਬਲੱਡ ਯਾਨੀ ਹੀਮੋਗਲੋਬਿਨ ਦਾ ਜਿਹੜਾ ਅਣੂ ਹੈ ਦੈਟ ਇਜ਼ 10 ਦੀ ਰੇਜ਼ ਪਾਵਰ -8। ਗ੍ਰੇਨ ਆਫ ਸੈਂਡ ਇਜ਼ 10 ਦੀ ਰੇਜ਼ ਪਾਵਰ -4। ਆਂਟ ਦਾ ਸਾਈਜ਼, ਕੀੜੀ ਦਾ ਸਾਈਜ਼ 10 ਦੀ ਰੇਜ਼ ਪਾਵਰ -3। ਠੀਕ ਹੈ ਨਾ, ਤੇ ਐਪਲ ਦਾ 10 ਦੀ -1। ਬੇਟਾ ਇਹ ਆਪਾਂ ਜਿਹੜੇ ਆਕਾਰ ਦਿੱਤੇ ਹੈ ਅਰਧ ਵਿਆਸ ਦੇ ਰੇਡੀਆਈਜ਼ ਦੇ ਦਿੱਤੇ ਹੈ ਮੀਟਰਸ ਦੇ ਵਿੱਚ। ਬਹੁਤ ਹੀ ਛੋਟੇ ਤੇ ਬਹੁਤ ਹੀ ਮਤਲਬ ਜਿਹੜੇ ਹੈ ਆਕਾਰ ਦਿੱਤੇ ਹੈ। ਪਰ ਬੇਟਾ ਹੁਣ ਜਿਹੜੀ ਆਪਾਂ ਅਗਲੀ ਗੱਲ ਕਰਨਾ ਚਾਹੁੰਦੇ ਹਾਂ ਉਹ ਇਹ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਪਰਮਾਣੂ ਹੈ ਉਹ ਇੰਨਾ ਛੋਟਾ ਕਿਉਂ ਹੈ? why this atom is so insignificant in size? why should we care about them? ਹੈ ਨਾ, ਕਿ ਜੇ ਇੰਨੀ ਛੋਟੀ ਚੀਜ਼ ਹੈ ਤਾਂ ਸਾਨੂੰ ਕੀ ਫਰਕ ਪੈਂਦਾ ਇੰਨੀ ਚੀਜ਼ ਦੇ ਨਾਲ? ਅਸੀਂ ਇਹਦੀ ਪਰਵਾਹ ਕਿਉਂ ਕਰਦੇ ਹਾਂ? ਬੇਟਾ
ਅਸੀਂ ਜਿਹੜੇ ਆਧੁਨਿਕ ਤਕਨੀਕਾਂ ਦੀ ਮਦਦ ਦੇ ਨਾਲ ਜਿਹੜੀ ਸਤ੍ਹਾ ਹੈ ਉਸ ਦੇ ਵਡਦਰਸ਼ੀ ਪ੍ਰਤੀਬਿੰਬਾਂ ਨੂੰ ਦੇਖ ਸਕਦੇ ਹਾਂ। ਵੀ ਪ੍ਰੋਡਿਊਸ ਅ ਮੈਗਨੀਫਾਈਡ ਇਮੇजेस ਜਿਹਦੇ ਕਰਕੇ ਜਿਹੜੇ ਸਾਨੂੰ ਐਟਮਸ ਹੈ ਉਹ ਪ੍ਰੋਪਰਲੀ ਦਿਖਾਈ ਦੇਣਗੇ। ਠੀਕ ਹੈ, ਵੀ ਆਰ ਨਾਟ ਏਬਲ ਟੂ ਸੀ them by our naked eye। ਜੇ ਤੁਸੀਂ ਕਹੋ ਕਿ ਐਦਾਂ ਮੈਨੂੰ ਐਟਮ ਦਿਖਾਓ ਤੇ ਮੈਂ ਤੁਹਾਨੂੰ ਐਟਮ ਨਹੀਂ ਦਿਖਾ ਸਕਦੀ, ਪਰ ਜਿੱਦਾਂ ਤੁਸੀਂ ਉਹਦੀ ਇਮੇਜ, ਜਿੱਦਾਂ ਇੱਥੇ ਕਿ ਸਰਫੇਸ ਆਫ ਆਪਾਂ ਸਿਲੀਕॉन ਦੀ ਜਿਹੜੀ ਇਮੇਜ ਲਈ ਹੈ, ਜੇ ਆਪਾਂ ਮੈਗਨੀਫਾਈਡ ਕਰਕੇ ਮਾਡਰਨ ਟੈਕਨੋਲੋਜੀਜ਼ ਦੇ ਨਾਲ ਇਮੇਜ ਦੇਖਾਂਗੇ ਤੇ ਬਹੁਤ ਸਾਰੇ ਪਰਮਾਣੂ ਜਿਹੜੇ ਹੈ ਸਾਨੂੰ ਉਹ ਨਜ਼ਰ ਆਉਣਗੇ। ਠੀਕ ਹੈ ਪਿਆਰੇ ਵਿਦਿਆਰਥੀਓ, ਅੱਗੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, what are the modern day symbols of atoms of different elements, ਯਾਨੀ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਆਧੁਨਿਕ ਸੰਕੇਤ ਕੀ ਹਨ। ਬੇਟਾ ਤੱਤਾਂ ਦੇ ਸੰਕੇਤ ਦੀ ਜਿਹੜੀ ਵਰਤੋਂ ਸੀ ਨਾ ਉਹ ਵਿਸ਼ਿਸ਼ਟ ਅਰਥ ਵਿੱਚ ਕੀਤੀ ਜਾਂਦੀ ਸੀ ਤਾਂ ਕਿ ਇਹ ਸੰਕੇਤ ਤੱਤ ਦੇ ਇੱਕ ਪਰਮਾਣੂ ਦਰਸਾਉਣ। ਜਿੱਦਾਂ ਕਿ ਆ ਤੁਹਾਨੂੰ ਦਿਖ ਰਿਹਾ, ਹਾਈਡਰੋਜਨ ਦਾ ਸੰਕੇਤ ਇਹਨੂੰ ਕਿਹਾ ਜਾਂਦਾ ਸੀ, ਕਾਰਬਨ ਦਾ ਇਹਨੂੰ, ਆਕਸੀਜਨ ਦਾ ਗੋਲਾ, ਠੀਕ ਹੈ, ਫਾਸਫੋਰਸ ਦਾ ਕਿੱਦਾਂ ਜੀ ਆ 3 ਲਾਈਨਾਂ ਮਾਰੀਆਂ। these are just symbols of elements be made 1 or 2 letters of the name of element, like sulfur ਦਾ AC, symbols of some elements proposed by Dalton ਜਿਹੜੇ ਉਹਨੇ ਦਿੱਤੇ ਸੀ। ਮਰਕਰੀ ਦਾ AC, ਸਿਲਵਰ ਦਾ AC, ਲੈਡ ਦਾ L, ਪਲੈਟੀਨਾ ਦਾ P। ਹੁਣ ਤੁਸੀਂ ਕਹੋਗੇ ਪਲੈਟੀਨਾ ਦਾ P ਸੀ ਤੇ ਫਾਸਫੋਰਸ ਦਾ ਥੋੜਾ ਡਿਫਰੈਂਟ ਹੋ ਗਿਆ ਨਾ, ਇਹ ਸਾਰੇ ਡਾਲਟਨ ਨੇ ਜਿਹੜੇ ਹੈ ਸਿੰਬਲ ਦਿੱਤੇ ਸੀਗੇ। ਬੇਟਾ ਇਹਨਾਂ ਸ਼ੁਰੂ ਤੋਂ ਤੱਤਾਂ ਦੇ ਨਾਵਾਂ ਦੀ ਜਿਹੜੀ ਵਿਉਤਪੱਤੀ ਸੀ ਨਾ ਉਹਨਾਂ ਦੇ ਸਥਾਨਾਂ ਦੇ ਨਾਵਾਂ ਤੋਂ ਕੀਤੀ ਜਾਂਦੀ ਸੀ ਜਿੱਥੇ ਉਹ ਸਭ ਤੋਂ ਪਹਿਲਾਂ ਮਿਲੇ ਸੀ। ਜਿੱਦਾਂ ਕਿ ਕਾਪਰ ਜਿਹੜਾ ਹੈ ਨਾ ਉਹ ਸਭ ਤੋਂ ਪਹਿਲੇ ਮਿਲਿਆ ਸੀ ਤੁਹਾਨੂੰ ਸਾਈਪਰਸ ਨਾਂ ਦੀ ਸਿਟੀ ਦੇ ਵਿੱਚ ਤੁਹਾਨੂੰ ਮਿਲਿਆ ਸੀ ਕਾਪਰ, ਤੇ ਉਹਦੇ ਵਿੱਚ ਆਪਾਂ ਜਿਹੜੇ ਹੈ ਉਹਦੇ ਤੱਤ ਨੂੰ ਆਪਾਂ ਫਿਰ ਉਹਦੇ ਅਕੋਰਡਿੰਗ ਨਾਮ ਦੇ ਦਿੱਤਾ। ਠੀਕ ਹੈ ਨਾ, ਜਿੱਦਾਂ ਕਿ ਆ ਦੇਖੋ ਕਾਪਰ ਕਿੱਥੇ ਮਿਲਿਆ ਸੀ ਪਹਿਲੀ ਵਾਰੀ ਸਾਈਪਰਸ 'ਚ। ਠੀਕ ਹੈ, ਤੇ ਅਸੀਂ ਕਾਪਰ ਨੂੰ ਨਾਮ ਦੇਤਾ ਉਸ ਦੇ ਕਾਰਨ। ਸਮ ਨੇਮਸ ਵਰ ਗਿਵਨ ਬਾਈ देयर ਸਪੈਸੀਫਿਕ ਕਲਰਸ, ਕੁਛ ਨੂੰ ਉਹਨਾਂ ਦੇ ਰੰਗਾਂ ਕਰਕੇ ਦੇਤਾ ਕਿ ਜਿੱਦਾਂ ਸੋਨਾ ਹੈ, 골ਡ ਦਾ ਨਾਂ ਅੰਗਰੇਜ਼ੀ ਦੇ ਉਸਦੇ ਸ਼ਬਦ 'ਚ ਲਿਆ ਗਿਆ ਜਿਸ ਦਾ ਅਰਥ ਸੀ ਪੀਲਾ। ਠੀਕ ਹੈ ਨਾ, ਐਦਾਂ ਹੀ ਯੈਲੋ ਜਿਹਦਾ ਅਰਥ ਕੀ ਸੀ ਯੈਲੋ। ਪਰ ਹੁਣ these techniques are not followed ਕਿ ਜੀ ਇੱਥੋਂ ਮਿਲਿਆ ਤੇ ਉਹਦਾ ਨਾਮ ਇਹਦੇ ਅਕੋਰਡਿੰਗ ਰੱਖ ਦੋ, ਇੱਥੋਂ ਮਿਲਿਆ ਤੇ ਉਹਦਾ ਨਾਮ ਅਕੋਰਡਿੰਗ ਇਹਦੇ ਰੱਖ ਦੋ। ਨਹੀਂ ਬੇਟਾ, ਹੁਣ ਇੱਕ ਟੈਕਨੀਕ ਹੈ IUPAC, ਵੈਰੀ ਇੰਪੋਰਟੈਂਟ। IUPAC ਆਪਾਂ ਇਹਨੂੰ ਕਹਿ ਦਿੰਦੇ ਆ ਬੇਟਾ। ਇਟਸ ਫੁੱਲ ਫਾਰਮ ਇਜ਼ ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ। IUPAC ਇੱਕ ਹੈ, ਇਹਦੇ ਅਕੋਰਡਿੰਗ ਅਸੀਂ ਨਾ ਇਹਨਾਂ ਦੇ ਨਾਂ ਰੱਖਦੇ ਹਾਂ। ਇੰਟਰਨੈਸ਼ਨਲ ਸਾਇੰਟਿਫਿਕ ਆਰਗੇਨਾਈਜੇਸ਼ਨ ਨੇ ਇਹਨਾਂ ਦੇ ਨਾਮ ਰੱਖੇ ਹੈ। ਕਿਸ ਆਧਾਰ ਤੇ ਇਹ ਤੁਸੀਂ ਸਮਝਣਾ ਹੈ। ਸਿੰਬਲਸ ਆਰ ਦਾ ਫਸਟ ਵਨ ਆਫ 2 letters of the element's name in English. The first letter of symbol is always written as capital ਤੇ ਦੂਜਾ ਜਿਹੜਾ ਹੈ ਉਹਨੂੰ ਆਪਾਂ ਸਮਾਲ ਲਿਖਦੇ ਹਾਂ। ਤੁਹਾਨੂੰ ਥੋੜੀਆਂ ਜਿਹੀਆਂ ਇਹਦੀਆਂ ਉਦਾਹਰਨਾਂ ਮੈਂ ਦਿਖਾਵਾਂਗੀ। ਠੀਕ ਹੈ ਨਾ, ਕਿ ਕਿੱਦਾਂ ਅਸੀਂ ਲਿਖਦੇ ਹਾਂ। ਆ ਦੇਖੋ ਜੀ, ਅਲਮੀਨੀਅਮ AL ਲਿਖਦੇ ਆ ਨਾ ਜੀ, ਪਹਿਲਾ ਸਿੰਬਲ ਨਾਮ ਦਾ ਵੱਡਾ, ਦੂਜਾ ਸਿੰਬਲ ਛੋਟਾ। ਆਰਗਨ AR, ਬੇਰੀਅਮ BA, ਬੋਰੋਨ ਇਹਦਾ ਕੱਲਾ ਸਿੰਬਲ ਲਿਆ ਸੀ B, ਬ੍ਰੋਮੀਨ BR, ਕੈਲਸ਼ੀਅਮ CA। ਐਦਾਂ ਮਤਲਬ ਅਸੀਂ ਸਿੰਬਲਸ ਦੇ ਪਹਿਲੇ ਨਾਮ ਲਿਖੇ। ਜਿੱਦਾਂ ਹਾਈਡਰੋਜਨ ਦਾ H, ਠੀਕ ਹੈ, ਹਾਈਡਰੋਜਨ ਦਾ ਆਪਾਂ ਕੀ ਲਿਖਿਆ H। ਅੱਛਾ ਜੀ, ਜ਼ਿੰਕ ਦਾ ਆਪਾਂ ਕੀ ਲਿਖਿਆ ZN, ਹਨਾ। ਕੁਝ ਤੱਤਾਂ ਦੇ ਜਿੱਦਾਂ ਅੰਗਰੇਜ਼ੀ ਨਾਵਾਂ ਤੇ ਵੀ ਅਸੀਂ ਲਿਖੇ। ਠੀਕ ਹੈ, ਜਿੱਦਾਂ ਕਿ ਜ਼ਿੰਕ ਆ ਦੇਖੋ ZN। ਠੀਕ ਹੈ ਨਾ, ਐਦਾਂ ਹੀ ਮਤਲਬ ਕਾਰਬਨ ਦਾ C, ਕਲੋਰੀਨ ਦਾ Cl। ਹੁਣ ਤੁਸੀਂ ਸੈਕਿੰਡ ਕਿਸ ਆਧਾਰ ਤੇ ਨਾਮ ਲਿਖੇ ਉਹਨਾਂ ਦੇ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਨ ਚੱਲੀ ਹਾਂ। ਠੀਕ ਹੈ ਨਾ, ਜਿੱਦਾਂ ਹੁਣ ਤੁਹਾਨੂੰ ਮੈਂ ਹਾਈਡਰੋਜਨ ਦੇ ਕਿਹਾ ਜੀ, ਹਾਈਡਰੋਜਨ ਦਾ ਆਪਾਂ ਨਾਮ ਲਿਖਿਆ ਸਿੰਬਲ ਦੇ ਆਧਾਰ ਤੇ। ਐਦਾਂ ਹੀ ਆਪਾਂ ਬਾਕੀ ਨਾਮ ਲਿਖੇ ਹਨਾ, ਜਿਹੜਾ ਹੈ ਉਹ ਵੀ ਸਿੰਬਲ ਦੇ ਆਧਾਰ ਤੇ ਲਿਖਿਆ ਸੀ। ਤੇ ਕਾਫੀ ਕੁਝ ਅਸੀਂ ਜਿਹੜਾ ਡਿਸਕਸ ਕੀਤਾ ਕਿ ਕਿੱਦਾਂ ਲਿਖੇ, ਕਿੱਦਾਂ ਕਲੋਰੀਨ ਦਾ ਨਾਮ ਹੋਇਆ। ਜਿੱਦਾਂ ਹੁਣ ਉਸ ਤੋਂ ਬਾਅਦ ਅਸੀਂ ਕੀ ਕੀਤਾ, ਜਿੱਦਾਂ ਹਾਈਡਰੋਜਨ ਦਾ ਨਾਮ ਅਸੀਂ H ਲਿਖਤਾ, ਅਲਮੀਨੀਅਮ ਦਾ ਅਸੀਂ ਨਾਂ ਕੀ ਲਿਖਤਾ ਜੀ, ਅਲਮੀਨੀਅਮ ਦਾ ਅਸੀਂ ਨਾਲ AL ਲਿਖਤਾ, ਹਨਾ। ਨੋਟ AL, AL ਛੋਟਾ,
CO CO ਨਹੀਂ, ਉਹ ਵੱਡਾ ਨਹੀਂ ਲਿਖਿਆ ਜੀ, ਸੈਕਿੰਡ ਸਿੰਬਲ ਨੂੰ ਛੋਟਾ ਹੀ ਲਿਖਣਾ ਹੈ। ਹੁਣ ਉਸ ਤੋਂ ਬਾਅਦ ਆਪਾਂ ਕੀ ਕੀਤਾ ਜੀ, ਕਲੋਰੀਨ ਦਾ ਆਪਾਂ Cl ਲਿਖਤਾ। ਹੁਣ ਆਪਾਂ ਕਹਿੰਦੇ ਕਿ ਕਈਆਂ ਦੇ ਨਾਂ, ਕਈਆਂ ਦੇ ਸਿੰਬਲ ਅਸੀਂ ਇਦਾਂ ਦੇਤੇ ਕਿ H, ਆ ਦੇਖੋ ਉਹਨਾਂ ਦਾ ਸੈਕਿੰਡ ਲੈਟਰ ਹੈ ਜਿਹੜਾ ਡਿਸਪਲੇਸ ਕਰਤਾ, ਯਾਨੀ ਕਲੋਰੀਨ ਜੇ CHLORINEC ਤਾਂ ਅਸੀਂ Cl ਦੇਤਾ, ਜ਼ਿੰਕ ZINCC ਤਾਂ ਅਸੀਂ Zn ਦੇਤਾ, ਠੀਕ ਹੈ। ਅਦਰ ਸਿੰਬਲਸ ਹੈਵ ਬੀਨ ਟੇਕਨ ਫਰੋਮ ਨੇਮਸ ਆਫ ਐਲੀਮੈਂਟਸ ਇਨ ਲੈਟਿਨ, ਜਰਮਨ ਔਰ ਗ੍ਰੀਕ। ਜਿੱਦਾਂ ਕਿ ਸੋਡੀਅਮ ਜੀ, ਸੋਡੀਅਮ ਦਾ ਜਿਹੜਾ ਹੈ ਉਹ ਆਪਾਂ ਨਾਮ Na ਸਿੰਬਲ ਕਿਤੋਂ ਲਿਆ, ਨੈਟਰੀਅਮ ਤੋਂ, ਠੀਕ ਹੈ ਜੀ। ਸੋਡੀਅਮ ਜਦ ਜਿਹੜਾ ਆਪਾਂ ਸਿੰਬਲ ਲਿਆ ਉਹ ਕਿਤੋਂ ਲਿਆ ਜੀ, ਸੰਕੇਤ ਕਿਤੋਂ ਲਿਆ ਜੀ, ਨੈਟਰੀਅਮ ਤੋਂ। ਇਸੇ ਤਰ੍ਹਾਂ ਪੋਟਾਸ਼ੀਅਮ ਦਾ ਹੋਣਾ ਤੇ P ਚਾਹੀਦਾ ਸੀ, ਪਰ ਅਸੀਂ ਕੈਲੀਅਮ ਤੋਂ ਲੈ ਕੇ, ਹਨਾ, ਪੋਟਾਸ਼ੀਅਮ ਦਾ ਸੰਕੇਤ ਕੀ ਹੋਣਾ ਚਾਹੀਦਾ ਸੀ, ਕਰਮਵਾਰ ਨੈਟਰੀਅਮ ਅਤੇ ਕੈਲੀਅਮ ਤੋਂ ਬਣੇ। ਹੁਣ ਪੋਟਾਸ਼ੀਅਮ ਦਾ ਜਿਹੜਾ ਹੈ ਉਹਦਾ ਕੈਲੀਅਮ ਹੁੰਦਾ ਸੀ ਤੇ K ਹੋ ਗਿਆ, ਜਦਕਿ ਪੋਟਾਸ਼ੀਅਮ ਦਾ ਹੋਣਾ ਕੀ ਚਾਹੀਦਾ ਸੀ, P। ਮਤਲਬ these are the theories used behind the names। ਪਹਿਲੀ ਗੱਲ, ਕੱਲਾ ਉਹਦਾ ਪਹਿਲਾ ਲੈਟਰ ਹੋ ਸਕਦਾ ਹੈ, ਇਹ ਯਾਦ ਕਰ ਲਓ ਕਿ ਪਹਿਲਾ ਲੈਟਰ ਉਹਦਾ ਕੱਲਾ ਹੋ ਸਕਦਾ ਹੈ, ਜਿੱਦਾਂ ਕਿ ਹਾਈਡਰੋਜਨ ਦਾ H। ਅਲਮੀਨੀਅਮ ਦਾ ਪਹਿਲਾ ਲੈਟਰ ਤੇ ਸੈਕਿੰਡ, ਠੀਕ ਹੈ, ਵੱਡਾ ਨਹੀਂ ਲਿਖਣਾ, ਸੈਕਿੰਡ ਲੈਟਰ ਨੂੰ ਹਮੇਸ਼ਾ ਛੋਟਾ ਲਿਖਣਾ ਹੈ। ਕੋਬਾਲਟ ਦਾ CO ਨਹੀਂ, C ਵੱਡਾ ਤੇ O ਛੋਟਾ। ਇਸੇ ਤਰ੍ਹਾਂ ਕਲੋਰੀਨ ਦਾ ਆਪਾਂ ਲੈ ਲਿਆ ਫਸਟ ਤੇ ਥਰਡ ਲੈਟਰ, ਜ਼ਿੰਕ ਦਾ ਲੈ ਲਿਆ ਫਸਟ ਤੇ ਥਰਡ ਲੈਟਰ, ਹਨਾ, ਠੀਕ ਹੈ। ਇਹੀ ਆਪਾਂ ਲੈ ਲਏ। ਇਸੇ ਤਰ੍ਹਾਂ ਅਸੀਂ ਲੈ ਲਏ ਜੀ ਸਿੰਬਲ ਆਫ ਕਿਹਦੇ, ਆਪਾਂ ਕਈਆਂ ਦੇ ਲੈਟਿਨ ਨੇਮ ਤੋਂ, ਜਿੱਦਾਂ ਕਿ ਸੋਡੀਅਮ ਦਾ Na ਲੈ ਲਿਆ ਨੈਟਰੀਅਮ ਤੋਂ, ਪੋਟਾਸ਼ੀਅਮ ਦਾ K ਲੈ ਲਿਆ ਕੈਲੀਅਮ ਤੋਂ। ਇਹਦਾ ਮਤਲਬ ਯੂਨੀਕਸ ਆਪਾਂ ਸਿੰਬਲ ਲਏ ਆ ਸਾਰੇ, ਕੋਈ ਅਸੀਂ ਕਿਸੇ ਦੇ ਨਾਲ ਮਤਲਬ ਅਸੀਂ ਉਹਨੂੰ ਨਹੀਂ ਕੀਤਾ ਰਿਜ਼ੈਂਬਲ। ਔਰ ਇਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ ਬੇਟਾ। ਇਹਦਾ ਦੇਖ ਲਓ, ਕਾਪਰ ਦਾ ਅਸੀਂ Cu ਲਿਆ, ਹਨਾ, ਕਾਪਰ ਦਾ ਅਸੀਂ ਕੀ ਲਿਆ, Cu ਲੈ ਲਿਆ। ਫਿਰ ਇਸੇ ਤਰ੍ਹਾਂ ਆਪਾਂ ਬਾਰ-ਬਾਰ ਇਹਨਾਂ ਦਾ ਅਧਿਐਨ ਕੀਤਾ ਤਾਂ ਕਿ ਤੁਹਾਨੂੰ ਜਿਹੜਾ ਇਹ ਯਾਦ ਹੋ ਜਾਣ, ਠੀਕ ਹੈ ਨਾ। ਸਮੇਂ-ਸਮੇਂ ਅਤੇ ਬਾਰ-ਬਾਰ ਵਰਤਨ ਤੇ ਤੁਸੀਂ ਆਪਣੇ ਆਪ ਹੀ ਇਹਨਾਂ ਸੰਕੇਤਾਂ ਨੂੰ ਨਿਰਮਿਤ ਕਰ ਲੋਗੇ, ਆਪਣੇ ਆਪ ਹੀ ਇਹਨਾਂ ਨੂੰ ਯਾਦ ਕਰ ਦੋਗੇ। ਹੁਣ ਅੱਜ ਦਾ ਤੁਹਾਡਾ ਹੋਮਵਰਕ ਕੀ ਹੈ, ਫਲੋਰੀਨ ਦਾ F, ਗੋਲਡ ਦਾ Au, ਹਾਈਡਰੋਜਨ ਦਾ H, ਆਇਓਡੀਨ ਦਾ I, ਆਇਰਨ ਦਾ Fe, ਲੈਡ ਦਾ Pb, ਮੈਗਨੀਸ਼ੀਅਮ ਦਾ Mg, ਨਿਓਨ ਦਾ Ne, ਨਾਈਟ੍ਰੋਜਨ ਦਾ N, ਆਕਸੀਜਨ ਦਾ O, ਪੋਟਾਸ਼ੀਅਮ ਦਾ K, ਸਿਲੀਕॉन ਦਾ Si, ਸਿਲਵਰ ਦਾ Ag, ਸੋਡੀਅਮ ਦਾ Na, ਸਲਫਰ ਦਾ S, ਯੂਰੇਨੀਅਮ ਦਾ U। ਬੇਟਾ ਜਦੋਂ ਬਾਰ-ਬਾਰ ਤੁਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਯਾਦ ਕਰੋਗੇ ਤੇ ਇਹ ਤੁਹਾਨੂੰ ਯਾਦ ਹੋ ਜਾਣਗੇ ਔਰ ਬਹੁਤ ਅੱਛੀ ਤਰ੍ਹਾਂ ਤੁਸੀਂ ਇਹਨਾਂ ਨੂੰ ਯੂਜ਼ ਕਰੋਗੇ। ਤੁਹਾਡਾ ਅੱਜ ਦਾ ਹੋਮਵਰਕ ਕੀ ਹੈ, ਤੁਹਾਡਾ ਅੱਜ ਦਾ ਹੋਮਵਰਕ ਹੈ ਸਿਰਫ ਤੁਸੀਂ ਇਹ ਸਿੰਬਲਸ ਆਫ ਐਲੀਮੈਂਟਸ ਨੂੰ ਯਾਦ ਕਰਨਾ, ਠੀਕ ਹੈ। ਤੁਸੀਂ ਸਿਰਫ ਇਹ ਸਿੰਬਲਸ ਨੂੰ ਯਾਦ ਕਰਨਾ ਹੈ ਕਿ ਅਲਮੀਨੀਅਮ ਦਾ ਸਿੰਬਲ Al ਹੈ, ਆਰਗਨ ਦਾ AR ਹੈ, ਬੇਰੀਅਮ ਦਾ Ba ਹੈ, ਬੋਰੋਨ ਦਾ Bo ਹੈ, B ਹੈ। ਮਤਲਬ ਹੁਣ ਇਸ ਤੋਂ ਬਾਅਦ ਅਸੀਂ ਨੈਕਸਟ ਕੀ ਕਰਨਾ ਹੈ, ਕੱਲ ਅਸੀਂ ਕੀ ਪੜ੍ਹਨਾ ਹੈ, ਕੱਲ ਅਸੀਂ ਇਹਨਾਂ ਦੇ ਐਟੋਮਿਕ ਮਾਸਸ ਬਾਰੇ ਪੜ੍ਹਨਾ ਹੈ, ਯਾਨੀ ਪਰਮਾਣੂ ਪੁੰਜ ਦੇ ਬਾਰੇ ਪੜ੍ਹਨਾ ਹੈ। ਜੇ ਤੁਹਾਨੂੰ ਇੱਕ ਦਿਨ 'ਚ ਸਾਰੇ ਸਿੰਬਲਸ ਨਹੀਂ ਯਾਦ ਹੁੰਦੇ ਤਾਂ 3 ਲਾਈਨਸ ਹੈ, 3 ਦਿਨ 'ਚ ਜਦੋਂ ਤੁਸੀਂ ਆਪਣੇ ਕਮਰੇ ਦੇ ਵਿੱਚ ਚਾਰਟ ਬਣਾ ਕੇ ਰੱਖ ਲਓ ਕਿ ਅਲਮੀਨੀਅਮ Al ਹੈ, ਆਰਗਨ AR ਹੈ, ਬੇਰੀਅਮ Ba ਹੈ, ਤਾਂ ਦੇਖਿਓ ਤੁਹਾਨੂੰ ਇਹ ਸਿੰਬਲਸ ਕਿੰਨੀ ਜਲਦੀ ਯਾਦ ਹੋ ਜਾਣਗੇ। ਸੋ ਟਿਲ ਦੈਨ ਗੁੱਡ ਬਾਏ, ਕੱਲ ਮਿਲਦੇ ਹਾਂ ਪਰਮਾਣੂ ਪੁੰਜ ਦੇ ਨਾਲ।